ਗਰੀਬ ਨਵਾਜ ਪਤਤ ਪਾਵਨ ਭਗਤ ਵਸ਼ਲ ਵਾਲੀਏ ਕੁਲ ਆਲਮ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਨਿੱਘੀ ਗੋਦ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਜੀ ਤਿੰਨਾਂ ਨਾਲ ਸੰਬੰਧਿਤ ਅਸਥਾਨ ਕਵੀ ਦਰਬਾਰ ਤਿੱਥੇ ਸਭਾਏਮਾਨ ਗੁਰੂ ਕੀ ਪਿਆਰੀ ਖਾਲਸਾ ਸਾਧ ਸੰਗਤ ਜੀ ਗੁਰ ਫਤਿਹ ਪ੍ਰਵਾਨ ਕਰੋ। ਪ੍ਰੇਮ ਸਤਿਕਾਰ ਸਹਿਤ ਬੁਲਾਓ ਫਤਿਹ ਜੀ ਕਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਗੁਰਸਿੱਖ ਵਿਦਿਆਰਥੀ ਕੱਲ੍ਹ ਦੇ ਦਿਹਾੜੇ ਤੋਂ ਇਸ ਗੁਰਮਤਿ ਵਿਚਾਰ ਕੈਂਪ ਦਾ ਹਿੱਸਾ ਬਣ ਰਹੇ ਹੋ। ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਵਧਾਇਓ ਜਿਨ੍ਹਾਂ ਨੇ ਇੰਨੇ ਪ੍ਰੇਮ ਭਾਵਨਾ ਸਤਿਕਾਰ ਸਹਿਤ ਸਤਿਗੁਰੂ ਸਾਹਿਬ ਜੀ ਦੀ ਪਾਵਨ ਕਿਰਪਾ ਦਾ ਆਨੰਦ ਮਾਣਿਆ ਹੈ। ਜਿਸ ਸਥਾਨ 'ਤੇ ਆਪ ਜੀ ਸਭਾਏਮਾਨ ਹੋ ਇੱਥੇ ਖਾਲਸੇ ਦੀ ਵਿਦਿਆ ਦਾ ਵੱਡਾ ਗ੍ਰੰਥ ਦਸਮ ਬਾਣੀ ਦਸਮ ਸ੍ਰੀ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੀ ਹੈ ਉਹਦਾ ਲਗਭਗ ਜੇ ਆਪਾਂ 23 ਅਵਤਾਰਾਂ ਦੀ ਕਥਾ ਪੜ੍ਹਦੇ ਹਾਂ ਇਸੇ ਤਰੀਕੇ ਦੇ ਨਾਲ ਅਕਾਲ ਉਸਤਤ ਬਚਿੱਤਰ ਨਾਟਕ ਸਾਰਾ ਹੀ ਭਾਗ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। ਇੱਥੇ ਬੈਠ ਕਰਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਕਲਗੀਧਰ ਚੋਜੀ ਪ੍ਰੀਤਮ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਚਾਰਨ ਕੀਤਾ ਲਿਖਿਆ ਤਾਂ ਸੰਜੋਗ ਦੀ ਬਾਤ ਹੈ। ਆਪ ਵੀ ਸਾਰੇ ਵਿਦਿਆਰਥੀ ਹੋ। ਆਪਾਂ ਅਰਦਾਸ ਕਰੀਏ ਕਲਗੀਧਰ ਪ੍ਰੀਤਮ ਜੀ ਜਿਹੜੀ ਆਪ ਜੀ ਦੀ ਇਹ ਪਾਵਨ ਵਿਦਿਆ ਹੈ ਆਪ ਬਖਸ਼ਿਸ਼ ਕਰੋ। ਇਹ ਆਪ ਜੀ ਦੀ ਵਿਦਿਆ ਸਾਡੇ ਹਿਰਦੇ 'ਚ ਵਸ ਜਾਵੇ। ਇਹ ਉਹ ਵਿਦਿਆ ਹੈ ਜਿਸ ਨੂੰ ਕੋਈ ਵੀ ਹਿੰਦੁਸਤਾਨ ਦਾ ਮੱਠ ਨਹੀਂ ਪੜ੍ਹਾ ਸਕਦਾ। ਇਹ ਉਹ ਵਿਦਿਆ ਹੈ ਜਿਹੜੀ ਤੁਹਾਨੂੰ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚੋਂ ਪ੍ਰਾਪਤ ਨਹੀਂ ਹੋਵੇਗੀ। ਜਿਹੜੀ ਗਰੀਬ ਨਵਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਉਹ ਇਹ ਪਾਵਨ ਪਵਿੱਤਰ ਸਥਾਨ। ਮੈਨੂੰ ਸਿੰਘ ਹੁਕਮ ਕਰ ਰਹੇ ਸੀ ਕਿ ਤੁਸੀਂ ਅਧਿਆਤਮਿਕ 'ਤੇ ਬੋਲੋ। ਖਾਲਸੇ ਦਾ ਅਧਿਆਤਮਿਕ ਕੀ ਹੈ? ਅਜੋਕੇ ਸਮੇਂ ਦੇ ਵਿੱਚ ਬੜੇ ਯਤਨ ਕੀਤੇ ਜਾਂਦੇ ਨੇ ਕਿ ਪੰਥ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਭਰਮਾਇਆ ਜਾਵੇ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਇਹ ਪੰਥ ਹੈ ਇਹ ਨਿਰਾਲਾ ਅਤੇ ਨਿਆਰਾ ਕਿਉਂ ਹੈ ਖਾਲਸਾ ਜੀ? ਇਹਦਾ ਅਧਿਆਤਮਿਕ ਹੈ ਇੱਕ। ਆਪਾਂ ਗੁਰਬਾਣੀ ਪੜ੍ਹਦੇ ਹਾਂ ਸਾਡੀ ਆਰੰਭਤਾ ਹੈ ਇੱਕ ਤੋਂ। ਇੱਕ ਦੇ ਨਾਲ ਓਂਕਾਰ ਲਾਇਆ ਹੈ। ਓਮ ਸ਼ਬਦ ਦਾ ਉਚਾਰਨ ਕੁਨ ਸ਼ਬਦ ਦਾ ਉਚਾਰਨ ਇੱਕ ਲੱਗਣ ਤੋਂ ਪਹਿਲਾਂ ਵੀ ਹੈ। ਓਂਕਾਰ ਜੋ ਸਾਰਿਆਂ 'ਚ ਵਿਆਪਕ ਹੈ। ਕਿਸੇ ਨੇ ਖੁਦਾ ਕਿਹਾ ਜਿਹੜਾ ਖੁਦ ਆਇਆ ਹੋਇਆ ਹੈ। ਪਰ ਇੱਕ ਦੀ ਬਾਤ ਕਿਸੇ ਨੇ ਨਹੀਂ ਕੀਤੀ। ਇਹ ਖਾਲਸੇ ਦਾ ਅਧਿਆਤਮ ਹੈ। ਇੱਥੇ ਇੱਕ ਤੋਂ ਬਿਨਾਂ ਬਾਤ ਹੀ ਕੋਈ ਨਹੀਂ। ਜਿਹਨੂੰ ਆਪਾਂ ਪੁਰਾਤਨ ਗ੍ਰੰਥਾਂ 'ਚੋਂ ਜੇ ਤੁਸੀਂ ਪੁਰਾਣਿਕ ਗ੍ਰੰਥਾਂ ਦੇ ਹਵਾਲੇ ਲਵੋਗੇ ਤਾਂ ਉਹਦੇ 'ਚ ਤੁਹਾਡੇ ਨਾਲ ਲਾਇਆ ਜਾਂਦਾ ਹੈ ਅਦਵੈਤ ਪੰਥ। ਖਾਲਸਾ ਕਿਹੜਾ ਪੰਥ ਹੈ? ਜਿਹੜਾ ਅਦਵੈਤ ਹੈ, ਜਿਹਦੇ ਵਿੱਚ ਦਵੈਤ ਕੋਈ ਨਹੀਂ। ਕਿਉਂ ਜੀ? ਸਾਡੇ 'ਚ ਦਵੈਤ ਕਿਉਂ ਨਹੀਂ ਕੋਈ ਜੀ? ਅਜੋਕੇ ਸਮੇਂ ਆਪਾਂ ਆਖਾਂਗੇ ਸਾਡੇ 'ਚ ਤੇ ਬੜੀ ਦਵੈਤ ਹੈ। ਹਰ ਕੋਈ ਆਪਣੀ ਡੱਫਲੀ ਵਜਾ ਰਿਹਾ ਹੈ ਤੇ ਹਰ ਕੋਈ ਵਕਤੀ ਹੈ, ਸਦੀਵੀ ਨਹੀਂ। ਹਰ ਕੋਈ ਵਕਤੀ ਹੈ, ਇਹ ਸਦੀਵੀ ਨਹੀਂ ਸੀ। ਨਾ ਪਹਿਲਾਂ ਸੀ ਨਾ ਅਗਾਂਹ ਜਾ ਕੇ ਹੋਵੇਗਾ। ਥੋੜ੍ਹਾ ਜਿਹਾ ਵਿਸ਼ੇ ਤੋਂ ਬਾਹਰ ਜਾ ਕੇ ਬੇਨਤੀ ਕਰ ਦੇਵਾਂ।
ਇਹ ਮੈਂ ਕਿਉਂ ਕਿਹਾ? ਬਹੁਤਾਤ ਭੁਲੇਖੇ ਸਤਿਗੁਰੂ ਸਾਹਿਬ ਜੀ ਦੀ ਬਾਣੀ ਪ੍ਰਤੀ, ਗੁਰੂ ਮਰਿਆਦਾ ਪ੍ਰਤੀ, ਇਹ ਅੰਗਰੇਜ਼ ਰਾਜ ਦੇ ਸਮੇਂ ਦੇ, ਉਸ ਤੋਂ ਪਹਿਲਾਂ ਦੇ ਹੈ ਹੀ ਨਹੀਂ। ਤੁਸੀਂ ਵਿਦਿਆਰਥੀ ਹੋ, ਜਦੋਂ ਗ੍ਰੰਥਾਂ ਦਾ ਮੁਤਾਲਿਆ ਕਰੋਗੇ, ਜਦੋਂ ਤੁਸੀਂ ਸਹੀ ਤਰੀਕਾ ਲੱਭਣ ਜਾਓਗੇ ਤੇ ਤੁਹਾਨੂੰ ਇਹ ਸਾਰੀਆਂ ਤਰੀਕਾਂ ਪ੍ਰਾਪਤ ਹੋ ਜਾਣਗੀਆਂ ਵੀ ਇਹ ਸਾਰੇ ਹੀ 1920 ਤੋਂ ਬਾਅਦ ਦੀਆਂ ਬਾਤਾਂ ਨੇ। 1920 ਤੋਂ ਪਹਿਲਾਂ ਤੱਕ ਪੰਥ 'ਚ ਕੋਈ ਦਵੈਤ ਨਹੀਂ, ਕੋਈ ਦੁਬਦਾ ਨਹੀਂ। ਤੇ ਹੁਣ ਇੱਥੋਂ ਇੱਕ ਹੋਰ ਸਵਾਲ ਪੈਦਾ ਹੋਵੇਗਾ, ਜੇ ਦੁਬਦਾ ਨਹੀਂ ਤੇ ਭਾਈ ਸੁੱਖਾ ਸਿੰਘ ਮਹਤਾਬ ਸਿੰਘ ਹੁਣਾਂ ਨੂੰ ਪੰਥ ਦੇ ਵਿਦਵਾਨਾਂ ਨੇ ਕਿਉਂ ਪੁੱਛਿਆ ਕਿ ਦਸਮ ਗ੍ਰੰਥ ਦੀਆਂ ਬਾਣੀ ਦੀਆਂ ਪੋਥੀਆਂ ਵੱਖੋ ਵੱਖ ਕਰ ਦਈਏ ਜਾਂ ਇਕੱਠੀਆਂ ਰੱਖੀਏ? ਕੋਈ ਦੁਬਦਾ ਹੋਵੇਗੀ ਤਾਂ ਹੈ ਨਾ। ਉਹ ਸਮੇਂ ਦੇ ਜਿਹੜੇ ਹੋਰ ਮਤਾਂ 'ਚੋਂ ਵਿਦਵਾਨ ਪੰਥ ਵਿੱਚ ਸ਼ਾਮਲ ਹੋਏ ਸਨ, ਉਹਨਾਂ ਨੇ ਬੜੇ ਵੱਡੇ ਡੰਕੇ ਦੇ ਚੋੜ 'ਤੇ ਪ੍ਰਚਾਰ ਕੀਤਾ ਕਿ ਭਾਈ ਮਣੀ ਸਿੰਘ ਜੀ ਦਾ ਬੰਦ ਤਾਂ ਕੱਟਿਆ ਗਿਆ ਜੀ, ਉਹਨਾਂ ਗੁਰੂ ਸਾਹਿਬ ਜੀ ਦੀਆਂ ਪੋਥੀਆਂ ਵੱਖੋ ਵੱਖਰੀਆਂ ਨਿਤਨੇਮ ਦੀਆਂ ਕੀਤੀਆਂ ਸਨ, ਦਸਮ ਬਾਣੀ ਦੀ ਇੱਕੇ ਥਾਂ ਪੋਥੀ ਕਰ ਦਿੱਤੀ, ਤਾਂ ਹੋ ਸਕਦਾ। ਇਹ ਵਿਚਾਰ ਪੰਥ ਦੇ ਵਿਦਵਾਨਾਂ 'ਚ ਚੱਲੀ, ਪਰ ਇਹ ਨਹੀਂ ਕਿ ਕੋਈ ਇਹ ਮੰਨਦਾ ਸੀ ਕਿ ਇਹ ਬਾਣੀ ਗੁਰੂ ਕੀ ਬਾਣੀ ਨਹੀਂ ਹੈ। ਇੱਕ ਵੀ ਸਿੱਖ ਇਹ ਨਹੀਂ ਮੰਨਦਾ ਉਹਨਾਂ ਸਾਰੇ ਵਿਦਵਾਨਾਂ 'ਚੋਂ ਕਿ ਇਹ ਗੁਰੂ ਕ੍ਰਿਤ ਨਹੀਂ ਹੈ। ਉਹ ਇਹ ਮੰਨਦੇ ਨੇ ਕਿ ਪਿਆਰੇ ਦਇਆ ਸਿੰਘ ਜੀ ਨੂੰ ਸਤਿਗੁਰੂ ਸਾਹਿਬ ਜੀ ਨੇ ਵੱਖੋ ਵੱਖਰੀਆਂ ਪੋਥੀਆਂ, ਜੇ ਮੰਨ ਲਓ ਵੀ ਜਿੰਨਾ ਭਾਗ ਪਾਉਂਟਾ ਸਾਹਿਬ ਲਿਖਿਆ ਹੈ ਉਹਦੀ ਪੋਥੀ ਵੱਖਰੀ ਹੈ, ਉਹਦੀ ਇੱਕ ਜਲਦ ਨਹੀਂ ਹੈ। ਫਿਰ ਬਖਸ਼ਿਸ਼ ਕੀਤੀ, ਚੌਪਈ ਸਾਹਿਬ ਉਚਾਰਨ ਕੀਤੇ ਭਪੌਰ ਸਾਹਿਬ ਜਾ ਕੇ, ਉਹ ਪੋਥੀ ਵੱਖਰੀ ਹੈ। ਫਿਰ ਜਫਰਨਾਮਾ ਲਿਖਿਆ ਹੈ, ਉਹ ਭਾਗ ਵੱਖਰਾ ਹੈ। ਇਹ ਵੱਖੋ ਵੱਖਰੇ ਭਾਗਾਂ 'ਚ ਸਨ। ਕੀ ਇਹਨਾਂ ਨੂੰ ਇਕੱਤਰ ਕਰਨਾ ਚਾਹੀਦਾ ਸੀ ਜਾਂ ਨਹੀਂ ਕਰਨਾ ਚਾਹੀਦਾ ਸੀ? ਇਹ ਵਿਚਾਰ ਹੈ। ਇਹ ਨਹੀਂ ਕਿ ਗੁਰੂ ਕ੍ਰਿਤ ਨਹੀਂ ਹੈ, ਕੋਈ ਦਵੈਤ ਨਹੀਂ ਹੈ ਪੰਥ ਵਿੱਚ। ਪੰਥ ਇੱਕ ਮੱਤ ਹੈ। ਪੰਥ ਨੂੰ ਦੁਬਦਾ 'ਚ ਪਾਉਣ ਦੇ ਯਤਨ ਇਸ ਕਰਕੇ ਕੀਤੇ ਗਏ, ਦੁਨੀਆ ਦੀ ਉਹ ਕੌਮ ਕਦੀ ਵੀ ਰਾਜ ਭਾਗ ਤੋਂ ਦੂਰ ਨਹੀਂ ਰਹਿ ਸਕਦੇ ਜਿਹੜੀ ਕੌਮ ਨੂੰ ਪਤਾ ਹੈ ਮੇਰਾ ਕਿੱਤਾ ਕਿਹੜਾ ਹੈ। ਜਿਸ ਕੌਮ ਨੂੰ ਇਹ ਪਤਾ ਨਾ ਮੇਰਾ ਕਿੱਤਾ ਕਿਹੜਾ ਹੈ, ਮੇਰੀ ਭੋਏ ਕਿਹੜੀ ਹੈ, ਤੇ ਜਿਸ ਕੌਮ ਕੋਲੋਂ ਆਪਣੇ ਗ੍ਰੰਥ ਹਨ, ਉਹਦਾ ਐਜੂਕੇਸ਼ਨ ਸਿਸਟਮ ਜਿੰਨਾ ਮਹਾਨ ਹੋਵੇਗਾ ਓਨੀ ਕੌਮ ਦੀ ਤਰੱਕੀ ਦੇ ਕਾਰਨ ਜ਼ਿਆਦਾ ਹੋਣਗੇ। ਤੁਹਾਡੀ ਐਜੂਕੇਸ਼ਨ ਜਿਹੜੀ ਹਿੰਦੁਸਤਾਨ ਦੇ ਮੱਠਾਂ 'ਚ 40-40 ਸਾਲਾਂ ਤੱਕ ਵਿਦਿਆ ਪੜ੍ਹਾਈ ਜਾਂਦੀ ਸੀ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਕਾਰਨ ਕਿਉਂ ਜੀ ਇੰਨਾ ਸਮਾਂ ਕਿਉਂ ਲੱਗ ਜਾਂਦਾ ਸੀ? ਜਦੋਂ ਸਾਰੇ ਸ਼ਾਸਤਰ, ਪ੍ਰਾਣ, ਵੇਦ ਕਿਸੇ ਬੱਚੇ ਨੂੰ ਪੜ੍ਹਾਉਣੇ ਹੋਣ ਤਾਂ ਉਹਨੂੰ ਸਮਾਂ ਲੱਗੇਗਾ। ਤਾਂ ਮੈਂ ਕਿਸੇ ਦਾ ਖੰਡਨ ਮੰਨਣ 'ਚ ਨਾ ਪਵਾਂ। ਆਮ ਵਿਦਵਾਨਾਂ ਦਾ ਮੰਨਣਾ ਹੈ ਕਿ ਕਿਸੇ ਵੀ ਕਵੀ ਦੀ ਲਿਖੀ ਹੋਈ ਕਿਤਾਬ 'ਚ ਜਾਂ ਕਿਸੇ ਵੀ ਮਨੁੱਖ ਦੀ ਲਿਖੀ ਹੋਈ ਕਿਸੇ ਵੀ ਤਰੀਕੇ ਦੀ ਪੋਥੀ ਕਿਤਾਬ ਵਿੱਚ 10% ਤੋਂ ਵੱਧ ਗਿਆਨ ਨਹੀਂ। 10% ਜੋ ਉਹਨੂੰ ਬਖਸ਼ਿਸ਼ ਹੋਈ ਹੈ ਪਰਮੇਸ਼ਰ ਵੱਲੋਂ, ਗ੍ਰੰਥਾਂ ਦਾ ਮੁਤਾਲਿਆ ਕਰਕੇ ਜੋ ਉਹਨੂੰ ਗਿਆਨ ਆਇਆ, ਉਹ 10% ਲਿਖਦਾ, ਬਾਕੀ ਆਪਣਾ ਜੀਵਨ ਲਿਖਦਾ। ਤੇ ਕਿਸੇ ਦੇ ਜੀਵਨ ਨਾਲ ਸਾਨੂੰ ਕੋਈ ਮਤਲਬ ਨਹੀਂ ਹੁੰਦਾ। ਪੰਥ ਦੀ ਬਖਸ਼ਿਸ਼ ਕੀ ਹੈ? ਇਹ ਅਦਵੈਤ ਕਿਉਂ ਹੈ? ਦਵੈਤ ਤੋਂ ਰਹਿਤ ਕਿਉਂ ਹੈ? ਸਤਿਗੁਰੂ ਸਾਹਿਬ ਜੀ ਦੇ ਪਾਵਨ ਗੁਰਬਾਣੀ ਇੱਕ ਓਅੰਕਾਰ ਤੋਂ ਲੈ ਕਰਕੇ 18, 10, 20 ਤੱਕ ਦਸਮ ਬਾਣੀ, ਸਰਬਲੋਕ ਗ੍ਰੰਥ ਸਾਹਿਬ, ਭਾਈ ਗੁਰਦਾਸ ਜੀ ਦੀਆਂ ਵਾਰਾਂ, ਕਬਿਤ ਸਵਈਏ, ਭਾਈ ਨੰਦ ਲਾਲ ਸਿੰਘ ਜੀ ਦੀਆਂ ਗਜ਼ਲਾਂ, ਇੱਕ ਵੀ ਗ੍ਰੰਥ ਐਸਾ ਨਹੀਂ ਜਿਹਦੇ ਵਿੱਚ ਦਵੈਤ ਹੋਵੇ, ਕਿਉਂਕਿ ਸਾਰੇ ਹੀ ਇੱਕੋ ਹੀ ਬਾਤ ਕਹਿੰਦੇ ਨੇ, ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਏ।
ਇਹ ਹੈ ਖਾਲਸੇ ਦਾ ਅਧਿਆਤਮਕ ਪੱਖ। ਇਹੋ ਹੀ ਖਾਲਸੇ ਦਾ ਅਦਵੈਤ ਹੋਣਾ ਹੈ, ਜਿਹਨੂੰ ਆਪਾਂ ਗੁਰਬਾਣੀ, ਇਹ ਪ੍ਰੇਮ ਦੀ ਕਥਾ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਣੀ ਥਾਈ, ਤਾਂ ਪਉ ਕਿਹਾ ਕਾੜਾ ਜੀ। ਇਹ ਪ੍ਰੇਮ ਦੀ ਬਾਤ ਹੈ, ਜਿਹਨੂੰ ਜਾਪ ਸਾਹਿਬ 'ਚ ਆਪਾਂ ਪੜ੍ਹਦੇ ਹਾਂ, ਦੋ ਕਾਲੰ ਪਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬਪੂਤ। ਜਿਹਨੂੰ ਆਪਾਂ ਇੱਥੇ ਪੜ੍ਹਦੇ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਣ ਜਿਹ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ। ਤੇ ਉਹਨੂੰ ਆਪਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਗੁਰਬਾਣੀ 'ਚ ਪੜ੍ਹਦੇ ਹਾਂ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ। ਅਕਾਲ ਮੂਰਤ ਦਾ ਹੀ, ਉਸ ਮੂਰਤ ਦਾ ਹੀ ਵਰਣਨ ਹੈ ਚੱਕਰ ਚਿੰਨ ਅਰ ਵਰਨ ਜਾਤ ਅਰ ਪਾਤ ਨਹਿਣ ਜੇ, ਜਿਹਨੂੰ ਆਪਾਂ ਪੜ੍ਹਦੇ ਹਾਂ ਆਰਤੀ ਆਰਤੇ 'ਚ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬੇਣ, ਸਹਿਸ ਤਵ ਗੰਧ ਇਵ ਚਲਤ ਮੋਹੀ। ਸਮਾਨਤਾ, ਅਦਵੈਤ ਹੋਣਾ। ਸਿੱਖ ਦੇ ਹਿਰਦੇ 'ਚ ਦਵੈਤ ਆ ਹੀ ਨਹੀਂ ਸਕਦੀ। ਸਿੱਖ ਦਵੈਤੀ ਨਹੀਂ, ਕਲੇਸ਼ੀ ਨਹੀਂ ਹੈ। ਜਿਹੜਾ ਅੱਜ ਕੱਲ੍ਹ ਆਪਾਂ ਨਵਾਂ ਸਿੱਖਿਆ ਨਾ, ਕਲੇਸ਼ ਪਾਉਣਾ, ਸਿੱਖ ਕਲੇਸ਼ੀ ਨਹੀਂ। ਸਿੱਖ ਇੰਨਾ ਅਧਿਆਤਮਕ ਹੈ, ਸਿੱਖ ਦੇ ਹਿਰਦੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਇੰਨੀ ਓਟ ਹੈ, ਇੰਨਾ ਆਸਰਾ ਹੈ, ਸਿੱਖ ਦੂਸਰੀ ਓਟ ਹੀ ਨਹੀਂ ਤੱਕਦਾ। ਸਿੱਖਾਂ ਦੇ ਪਾਵਨ ਇਤਿਹਾਸ ਨੂੰ ਪੜ੍ਹੋ, ਗੁਰੂ ਖਾਲਸੇ ਦੇ ਇਤਿਹਾਸ ਨੂੰ ਪੜ੍ਹੋ, ਤੇ ਤੁਸੀਂ ਸੋਚੋਗੇ ਵੀ ਇਹ ਲੋਕ ਇਹੋ ਜਿਹੇ ਸਨ ਜਿਹੜੇ ਅਦਵੈਤੀ ਨੇ। ਦਵੈਤੀ ਨਹੀਂ, ਦਵੈਤੀਆਂ ਨੂੰ ਮੋਟਰ ਕਾਰਾਂ ਵੀ ਚਾਹੀਦੀਆਂ ਨੇ, ਮੇਰੇ ਵਰਗਿਆਂ ਨੂੰ। ਦਵੈਤੀਆਂ ਨੂੰ ਝਗੜਾ ਕਰਨ ਲਈ ਸਾਧਨ ਵੀ ਚਾਹੀਦੇ ਨੇ। ਦਵੈਤ ਕਰਨ ਲਈ ਥਾਂ ਵੀ ਚਾਹੀਦਾ ਹੈ ਜਿੱਥੇ ਬਹਿ ਕੇ ਝਗੜਾ ਕਰਨਾ ਹੋਵੇ। ਦਵੈਤੀ ਨੂੰ ਉਹ ਸਾਧਨ ਵੀ ਚਾਹੀਦੇ ਜਿਨ੍ਹਾਂ ਸਾਧਨਾਂ ਰਾਹੀਂ ਆਪਣੀ ਗੱਲ ਦੂਜੇ ਤੱਕ ਪਹੁੰਚਾ ਕੇ ਤੇ ਅੱਗ ਲਾ ਸਕਦਾ ਹੋਵੇ। ਜਿਹਨੂੰ ਉਹਨਾਂ ਦਾ ਸੁਭਾਅ ਕੀ ਹੈ, ਆਪਣੇ ਨਾ ਆਮ ਇੱਕ ਗੱਲ ਹੈ ਵੀ ਭਾਈ ਇਹ ਪੰਪ ਦਿੰਦਾ ਏ, ਜਾਂ ਮਾਝੇ ਵਾਲੇ ਕਹਿੰਦੇ ਉਂਗਲ ਲਾਉਂਦਾ ਏ। ਉਂਗਲ ਲਾਉਣ ਵਾਲੇ ਦਾ ਕਰਮ ਕੀ ਹੈ? ਕਹਿੰਦੇ ਵੀ ਕੋਈ ਕਿਸੇ ਦੁਕਾਨ 'ਤੇ ਗਿਆ, ਜਿਹੜਾ ਅੱਜ ਕੱਲ੍ਹ ਆਪਾਂ ਪੰਥ ਬਣਾਇਆ ਉਹਦੀ ਤੁਸੀਂ ਕਥਾ ਆਪੇ ਪੜ੍ਹ ਲਿਓ, ਪੜ੍ਹੇ ਲਿਖੇ ਜੇ, ਕਿਉਂਕਿ ਗਿਆਨੀ ਜੀ ਨੇ ਕੱਲ੍ਹ ਤੁਹਾਨੂੰ ਪੜ੍ਹਾਈ ਸੀ ਤੇਲੀਆ ਬੁੱਧੀ, ਅਤੇ ਮੈਂ ਮੰਨਦਾ ਵੀ ਤੁਹਾਡੀ ਤੇਲੀਆ ਬੁੱਧੀ ਹੈ, ਇਹ 'ਚੋਂ ਕੱਢ ਤੁਸੀਂ ਆਪੇ ਲੈਣਾ। ਤੁਹਾਨੂੰ ਪਤਾ ਵੀ ਲੱਗ ਜਾਣਾ ਵੀ ਇਹ ਉਂਗਲ ਲਾਉਣ ਵਾਲੇ ਹੈ ਕਿਹੜੇ ਕਿਹੜੇ, ਕਿਉਂਕਿ ਮੈਂ ਨਾਂ ਨਾ ਲਵਾਂ ਕਿਸੇ ਦਾ, ਸਾਰੇ ਵਿਦਵਾਨ ਨੇ। ਉਹ ਕੋਈ ਕਿਸੇ ਦੁਕਾਨ 'ਤੇ ਗਿਆ, ਉਹਨੇ ਵੇਖਿਆ ਇੱਧਰ ਉੱਧਰ ਉਹਦਾ ਵੱਸ ਨਾ ਚੱਲੇ, ਕੋਈ ਸ਼ਹਿਦ ਪਿਆ ਸੀ। ਉਹਨੇ ਸ਼ਹਿਦ ਆਪਣੀ ਉਂਗਲ ਨੂੰ ਲਾਇਆ, ਜ਼ਬਾਨ ਨਾਲ ਚੱਟ ਕੇ ਵੇਖਿਆ ਸ਼ਹਿਦ ਆ, ਸੋਚਿਆ ਭਾਈ ਗੁੱਸਾ ਹੀ ਨਾ ਕਰੇ। ਉਹਨੇ ਉਂਗਲ ਕੰਧ ਨਾਲ ਲਾਤੀ, ਉਹ 'ਤੇ ਮੱਖੀਆਂ ਆ ਗਈਆਂ। ਮੱਖੀਆਂ ਨੂੰ ਖਾਣ ਵਾਸਤੇ ਕਿਰਲੀ ਆ ਗਈ, ਉਹ ਚੂਹੇ ਆਏ। ਉਹ ਦੁਕਾਨ ਵਾਲੇ ਨੇ ਬਿੱਲੀ ਰੱਖੀ ਸੀ, ਚੂਹਿਆਂ ਤੋਂ ਡਰਦੇ ਨੇ ਵੀ ਚੂਹੇ ਨੁਕਸਾਨ ਬੜਾ ਕਰਦੇ ਨੇ। ਅਤੇ ਇੱਕ ਬੰਦਾ ਹੋਰ ਆਇਆ ਸੀ, ਉਹ ਨਾਲ ਕੁੱਤਾ ਆਪਣਾ ਲੈ ਕੇ ਆਇਆ ਸੀ। ਉਹ ਬਿੱਲੀ ਚੂਹੇ ਨੂੰ ਖਾਣ ਲਈ ਆਈ, ਕੁੱਤਾ ਬਿੱਲੀ ਨੂੰ ਪੈ ਗਿਆ। ਜਦੋਂ ਕੁੱਤੇ ਨੇ ਬਿੱਲੀ ਨੂੰ ਪਿਆ ਤੇ ਦੁਕਾਨਦਾਰ ਨੇ ਕੁੱਤੇ ਦੇ ਵੱਟਾ ਮਾਰ ਦਿੱਤਾ, ਜਿਹੜਾ ਭਾਰ ਤੋਲਣ ਵਾਲਾ ਹੁੰਦਾ ਨਾ, ਉਹਨੇ ਮਾਰਤਾ। ਹੁਣ ਮਾਲਕ ਨੂੰ ਗੁੱਸਾ ਚੜਿਆ, ਉਹਨੇ ਹੱਥ 'ਚ ਡੰਡਾ ਫੜਿਆ ਸੀ, ਉਹਨੇ ਉਹਦੇ ਸਿਰ 'ਚ ਮਾਰਤਾ। ਉਹ ਦੁਕਾਨ ਵਾਲੇ ਦਾ ਸਿਰ ਪਾੜ ਗਿਆ, ਅਤੇ ਜਿਹੜਾ ਉਂਗਲ ਲਾਉਣ ਵਾਲਾ ਸੀ ਕਹਿੰਦਾ ਭਾਊ ਤੁਹਾਡੀ ਗੱਲ ਵਾਹਵਾ ਵੱਧ ਗਈ, ਮੈਂ ਫੇਰ ਸੌਦਾ ਲੈ ਜੂ। ਤੁਹਾਡੀ ਗੱਲ ਵਾਹਵਾ ਵੱਧ ਗਈ ਆ, ਮੈਂ ਸੌਦਾ ਲੈਣ ਫੇਰ ਆ ਜਾਵਾਂ।
ਇਹ ਤਾਂ ਬੇਨਤੀਆਂ ਕਰ ਰਹੇ ਹਾਂ, ਸਿੱਖਾਂ ਦਾ ਅਧਿਆਤਮ ਹੈ ਅਦਵੈਤ, ਦਵੈਤ ਨਹੀਂ। ਇੱਕ ਦੂਜੇ ਨੂੰ ਢਾਉਣਾ ਤੇ ਹਰਾਉਣਾ ਨਹੀਂ ਹੈ, ਖੁਦ ਹਾਰ ਜਾਣਾ ਇਹ ਜੀਵਨ ਹੈ। ਪ੍ਰੇਮ ਦੀ ਅਵਸਥਾ ਕੀ ਹੈ? ਪ੍ਰੇਮੀ ਉਸ ਨੂੰ ਕਹਿੰਦੇ ਆ ਜਿਹੜਾ ਹਾਰਿਆ ਹੋਇਆ, ਜਿੱਤਿਆ ਹੋਇਆ ਪ੍ਰੇਮੀ ਨਹੀਂ ਹੁੰਦਾ। ਜਿਹੜਾ ਹਾਰ ਗਿਆ ਹੈ, ਜਿਹਨੇ ਸਮਰਪਣ ਕਰ ਦਿੱਤਾ। ਸਮਰਪਣ ਇਹ ਹੈ ਕਿ ਸਤਿਗੁਰੂ ਸਾਹਿਬ ਜੀ ਕਹਿੰਦੇ, ਭਾਈ ਮਰਦਾਨਾ ਜੀ ਗਰੀਬ ਨਵਾਜ ਜੀ ਦੇ ਅੱਗੇ ਬੇਨਤੀ ਕੀਤੀ, ਸਾਹਿਬ ਬਾਬਾ ਮਰਦਾਨਾ ਜੀ ਨੇ ਜਿਸ ਸਮੇਂ ਸਮੇਰ ਪਰਬਤ ਨੂੰ ਚੱਲੇ ਨਾ, ਤੇ ਸਾਹਿਬ ਬਾਬਾ ਮਰਦਾਨਾ ਜੀ ਕਹਿੰਦੇ ਮਹਾਰਾਜ ਮੈਂ ਨਹੀਂ ਜਾਣਾ। ਕਾਰਨ ਕਹਿਣ ਲੱਗੇ ਮਹਾਰਾਜ ਨਾ ਤੁਹਾਨੂੰ ਭੁੱਖ ਲੱਗੇ, ਨਾ ਤੇਹ ਲੱਗੇ, ਨਾ ਤੁਹਾਨੂੰ ਅਕੇਵਾਂ ਨਾ ਥਕੇਵਾਂ, ਮੈਂ ਸੰਸਾਰੀ ਹਾਂ, ਮੈਨੂੰ ਭੁੱਖ ਵੀ ਲੱਗਦੀ ਜੇ, ਮੈਨੂੰ ਤੇਹ ਵੀ ਲੱਗਦੀ ਜੇ, ਮੈਂ ਥੱਕਦਾ ਵੀ ਹਾਂ। ਤੇ ਆ ਸਿੱਧਾ ਪਹਾੜ ਨੂੰ ਤੁਰ ਪਏ ਜੇ। ਕਹਿੰਦੇ ਜੇ ਉਹ ਚੋਟੀਆਂ ਤੇ ਰਹਿੰਦੇ ਨੇ ਸਿੱਧ, ਉਹਨਾਂ ਨਾਲ ਜਾ ਕੇ ਚਰਚਾ ਕਰਨੀ, ਮੇਰੇ ਕੋਲੋਂ ਨਹੀਂ ਜਾਇਆ ਜਾਂਦਾ। ਮਹਾਰਾਜ ਕਹਿੰਦੇ ਭਾਈ ਮਰਦਾਨਾ ਜੀ ਕੋਈ ਗੱਲ ਨਹੀਂ, ਫਿਕਰ ਨਾ ਕਰੋ, ਅੱਗੇ ਨਦੀ ਆਉਣੀ ਹੈ, ਉਹ 'ਚ ਅੰਮ੍ਰਿਤ ਵਗਦਾ ਹੈ, ਤੁਸੀਂ ਉਹ 'ਚੋਂ ਜਲ ਛਕ ਲਿਓ, ਤੁਹਾਡੀ ਸਾਰੀ ਭੁੱਖ ਤੇ ਮਿਟ ਜਾਏਗੀ। ਸਮਰਪਣ ਇਹ ਹੈ ਵੀ ਇਹ ਨਹੀਂ ਪੁੱਛਿਆ ਮਹਾਰਾਜ ਉਹਦਾ ਨੱਕਾ ਕਿੰਨੇ ਮੋੜਿਆ, ਉਹ ਅੰਮ੍ਰਿਤ ਬਣਾ ਕੌਣ ਰਿਹਾ ਜੀ, ਇੰਨਾ ਸਾਰੀ ਨਦੀ 'ਚ ਅੰਮ੍ਰਿਤ ਕਿਵੇਂ ਆ ਗਿਆ ਜੀ। ਸਮਰਪਣ ਇਹ ਹੈ ਸਤ ਬਚਨ, ਇਹ ਹੈ ਪ੍ਰੇਮ, ਜਿਹਨੂੰ ਆਪਾਂ ਪੜ੍ਹਦੇ ਹਾਂ ਅਬ ਹਮ ਚੱਲੀ ਠਾਕੁਰ ਪੈ ਹਾਰ। ਪ੍ਰੇਮ ਦੀ ਬਾਤ ਕੀ ਹੈ? ਮਹਾਰਾਜ ਮੈਂ ਹਾਰ ਕੇ ਸਾਰਾ ਹੀ ਸੰਸਾਰ, ਜਿਹਨੂੰ ਆਪਾਂ ਪੜ੍ਹਦੇ ਹਾਂ ਸਭ ਹੱਬੇ ਸਾਕ ਕੁੜਾਵੇ ਡਿੱਠੇ ਤਉ ਪੱਲੇ ਤੈਡੇ ਲਾਗੇ। ਜਦੋਂ ਸਾਰੇ ਹੀ ਸਾਕ ਕੂੜੇ ਝੂਠੇ ਦਿਸੇ ਨਾ, ਤੇ ਫਿਰ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਫੇਰ ਤੇਰਾ ਪੱਲਾ ਫੜਿਆ, ਐਵੇਂ ਨਹੀਂ ਫੜਿਆ। ਪ੍ਰੇਮ ਦੀ ਅਵਸਥਾ ਹਾਰ ਜਾਣ ਦੀ ਅਵਸਥਾ ਹੈ। ਪੁੱਛਿਆ ਨਹੀਂ ਗਰੀਬ ਨਵਾਜ ਕਿਵੇਂ, ਸਤ ਬਚਨ। ਨਦੀ ਆਈ, ਜਲ ਛਕਿਆ। ਵਾਕਿਆ ਹੀ ਉਸ ਦਿਹਾੜੇ ਤੋਂ ਬਾਅਦ ਸਾਹਿਬ ਬਾਬਾ ਮਰਦਾਨਾ ਜੀ ਨੂੰ ਨਾ ਭੁੱਖ, ਨਾ ਤੇਹ, ਨਾ ਕੇਵਾਂ, ਨਾ ਥਕੇਵਾਂ। ਇਹ ਹੈ ਸਮਰਪਿਤ ਭਾਵ, ਇਹ ਹੈ ਪ੍ਰੇਮ ਗਾਥਾ। ਇਹ ਵੀ ਸਮਰਪਿਤ ਭਾਵ ਹੈ। ਅਸੀਂ ਕਹਿਣਾ ਜੀ ਅਸੀਂ ਤੇ ਸਮੇਰ ਨੂੰ ਜਾਣਾ ਨਹੀਂ, ਸਾਨੂੰ ਨਦੀ ਕਿਸ ਤਰ੍ਹਾਂ ਦਿਸੇ। ਤੇ ਆਪਣੇ ਕੋਲ ਪ੍ਰਤੱਖ ਐਗਜ਼ਾਮਪਲ ਹੈ। ਸਾਧੂਆਂ ਦੇ ਇਸ਼ਨਾਨ ਵਾਸਤੇ ਬਾਬਾ ਮਰਦਾਨਾ ਜੀ ਨੇ ਸੋਟੀ ਨਾਲ ਖਿੱਚ ਕੇ ਤੇ ਨਦੀ ਪਾਸ ਲਿਆਂਦੀ, ਜਲ ਪਾਸ ਲੈ ਕੇ ਆਏ। ਭਾਵਨਾ ਇਹ ਹੈ, ਮਹਾਰਾਜ ਨੇ ਕਿਹਾ ਪਿੱਛੇ ਮੁੜ ਕੇ ਨਾ ਵੇਖਿਆ ਜੇ। ਨਹੀਂ ਵੇਖਿਆ, ਤੇ ਜਿੱਥੋਂ ਤੱਕ ਨਹੀਂ ਵੇਖਿਆ ਤੁਰੀ ਆਈ, ਜਿੱਥੇ ਵੇਖ ਲਿਆ ਰੁਕ ਗਈ। ਹੁਣ ਕਈ ਇਹ ਕਹਿ ਸਕਦੇ ਵੀ ਕੀ ਇਹ ਕਰਾਮਾਤ ਨੇ? ਗੁਰੂ ਕਰਾਮਾਤੀ ਹੈ। ਤੇ ਸਾਰੇ ਜਾਣੇ, ਜਿਹੜਾ ਇਹ ਵੀ ਕਹਿਣ ਵਾਲਾ ਉਹਨੂੰ ਵੀ ਇਹ ਪੁੱਛੋ ਵੀ ਜੇ ਗੁਰੂ ਕਰਾਮਾਤੀ ਨਾ ਹੋਵੇ ਮੈਂ ਮੰਨਾ ਹੀ ਨਾ। ਜੇ ਗੁਰੂ 'ਚ ਕੋਈ ਸ਼ਕਤੀ ਨਹੀਂ ਨਾ, ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੇ ਸ਼ਕਤੀਹੀਣ ਹਨ, ਜੇ ਸ਼ਕਤੀ ਤੋਂ ਵਿਹੂਣੇ ਹਨ, ਤੇ ਫਿਰ ਮੰਨਣ ਨੂੰ ਕੌਣ ਤਿਆਰ ਹੈ? ਆਪਾਂ ਗੁਰਬਾਣੀ ਦੀ ਕਥਾ ਪੜ੍ਹਦੇ ਹਾਂ, ਆਦਿ ਸੱਚ ਇਹ ਸ਼ਕਤੀ ਹੈ, ਜੁਗਾਦ ਸੱਚ ਸ਼ਕਤੀ ਦਾ ਸਰੂਪ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਹ ਸਾਰੇ ਸੈਂਟੈਂਸ ਲੱਗ ਗਏ ਜੀ ਤੁਹਾਡੇ, ਪ੍ਰੈਜੈਂਟ ਫਿਊਚਰ ਸਭ ਕੁਝ ਲੱਗ ਗਿਆ, ਇਹਦੇ ਵਿੱਚ ਕੋਈ ਰਹਿਤ ਨਹੀਂ ਨਾ ਗਿਆ। ਤੇ ਇਹ ਸ਼ਕਤੀ ਨਹੀਂ ਕੋਈ ਦਾਅਵਾ ਕਰਦਾ ਮੈਂ ਅੱਜ ਸੱਚਾ, ਕੱਲ੍ਹ ਨੂੰ ਵੀ ਸੱਚਾ ਹੋਵਾਂਗਾ, ਜਾਂ ਮੈਂ ਪਹਿਲਾਂ ਸੱਚਾ ਸੀ ਤੇ ਹੁਣ ਵੀ ਸੱਚਾ ਹਾਂ, ਕੋਈ ਦਾਅਵਾ ਨਹੀਂ ਕਰ ਸਕਦਾ। ਇਹ ਸ਼ਕਤੀ ਹੈ। ਤੇ ਉਹ ਸ਼ਕਤੀ ਨੇ ਥਾਂ ਥਾਂ ਤੇ ਆਪਣਾ ਪ੍ਰਗਟਾਵਾ ਕੀਤਾ। ਉਹ ਸ਼ਕਤੀ ਹੈ ਕਿ ਬਰਸ਼ਾ ਮਾਰ ਕੇ ਤਰਬੈਣੀ ਲਾ ਦਿੰਦੀ ਹੈ। ਉਹੋ ਹੀ ਸ਼ਕਤੀ ਹੈ ਪੈਰ ਦਾ ਅੰਗੂਠਾ ਲਾਉਂਦੀ ਹੈ, ਵੱਡਾ ਪੱਥਰ ਪਾਸੇ ਕਰਕੇ ਤੇ ਨਾਨਕ ਚੀਰਾ ਸਾਹਿਬ ਬਣਾ ਦਿੰਦੀ ਹੈ। ਉਹੋ ਹੀ ਸ਼ਕਤੀ ਹੈ ਜਿਹੜੀ ਪੰਜਾ ਲਾਉਂਦੀ ਪੰਜਾ ਸਾਹਿਬ ਬਣ ਜਾਂਦਾ ਹੈ। ਉਹੋ ਹੀ ਸ਼ਕਤੀ ਹੈ ਜਿਹਦੇ ਤੇ ਪੱਥਰ ਰੇੜਿਆ ਜਾਂਦਾ ਹੈ ਤੇ ਉਹ ਅਸਥਾਨ ਪੱਥਰ ਸਾਹਿਬ ਸਦਵਾਉਂਦਾ ਹੈ।
ਪਰ ਤਰਕ ਦੀਆਂ ਐਨਕਾਂ ਲਾ ਕੇ ਉਹ ਸ਼ਕਤੀ ਦੇ ਦੀਦਾਰ ਕਦੀ ਵਾਸਤੇ ਨਹੀਂ ਹੋ ਸਕਦੇ। ਪ੍ਰੇਮ ਦੀ ਕਥਾ ਪੜ੍ਹ ਕੇ ਸਾਰੀ ਸ਼ਕਤੀ ਦੇ ਦੀਦਾਰ ਹੋਣਗੇ, ਕਿਉਂਕਿ ਕਥਾ ਪ੍ਰੇਮ ਦੀ ਹੈ। ਪ੍ਰੇਮ 'ਚ ਫਿਰ ਬੇਨਤੀ ਕਰਾਂ, ਅਦਵੈਤ ਹੈ, ਦਵੈਤ ਨਹੀਂ। ਪ੍ਰੇਮੀ ਇਹ ਮੰਨਦਾ ਹੀ ਨਹੀਂ, ਪ੍ਰੇਮੀ ਦਾ ਹਿਰਦਾ ਮੰਨਦਾ ਹੀ ਨਹੀਂ ਕਿ ਮੇਰਾ ਸਵਾਮੀ ਮਾਲਕ, ਜਿਹਨੂੰ ਮੈਂ ਪ੍ਰੇਮ ਕਰਦਾ, ਜਿਹਦੇ ਨਾਲ ਮੇਰਾ ਇਸ਼ਕ ਹੈ, ਉਹ ਗਲਤ ਹੋ ਸਕਦਾ। ਆਪਾਂ ਸੰਸਾਰੀ ਹਾਂ, ਆਪਾਂ ਨੂੰ ਜਿਸਮਾਂ ਦਾ ਮੋਹ ਹੈ। ਜਿਵੇਂ ਆਪਾਂ ਗੁਰਬਾਣੀ 'ਚ ਪੜ੍ਹਦੇ, ਬਾਲ ਕੰਨਿਆ ਕੋ ਬਾਪ ਪਿਆਰਾ, ਭਾਈ ਕੋ ਅਤ ਭਾਈ। ਜਿਹਨੂੰ ਆਪਾਂ ਪੜ੍ਹਦੇ, ਮਾਏ ਬਾਪ ਕੋ ਬੇਟਾ ਨੀਕਾ, ਸਸੁਰੈ ਚਤਰ ਜਵਾਈ। ਇਹ ਪ੍ਰੇਮ ਦੀ ਕਥਾ ਹੈ। ਸਾਰੀ ਦੁਨੀਆ ਨੂੰ ਪਤਾ ਹੁੰਦਾ ਵੀ ਆ ਫਲਾਣਾ ਇਹਦਾ ਮੁੰਡਾ ਇਹ ਵਿਗੜ ਗਿਆ ਹੈ। ਕੇਵਲ ਮਾਂ ਪਿਓ ਨੂੰ ਨਹੀਂ ਦਿਸਦਾ, ਕਿਉਂਕਿ ਉਹਨਾਂ ਦੀ ਅੱਖਾਂ 'ਤੇ ਪ੍ਰੇਮ ਦਾ ਚਸ਼ਮਾ ਲੱਗਾ। ਉਹਨਾਂ ਨੂੰ ਇੰਨਾ ਭਰੋਸਾ ਹੈ ਕਿ ਮੇਰੀ ਔਲਾਦ ਗਲਤ ਹੋ ਹੀ ਨਹੀਂ ਸਕਦੀ। ਹਰ ਧੀ ਨੂੰ ਲੱਗਦਾ ਹੈ ਮੇਰੇ ਪਿਓ ਵਰਗਾ ਦੂਸਰਾ ਪਿਓ ਸੰਸਾਰ 'ਤੇ ਹੈ ਹੀ ਨਹੀਂ, ਜਿੰਨਾ ਮੇਰਾ ਬਾਪੂ ਚੰਗਾ ਹੈ ਨਾ। ਹਰ ਧੀ ਇੱਥੋਂ ਤੱਕ ਆਪਣਾ ਜੀਵਨ ਸਾਥੀ ਵੀ ਆਪਣੇ ਪਿਓ ਵਰਗਾ ਲੱਭਦੀ, ਜਿਹਦੇ ਗੁਣ ਮੇਰੇ ਪਿਓ ਨਾਲ ਮਿਲਦੇ ਹੋਣ। ਇਹ ਪ੍ਰੇਮ ਦੀ ਬਾਤ ਹੈ। ਹਰ ਸਹੁਰੇ ਘਰ 'ਚ ਜਵਾਈ ਚਤਰਾ ਹੈ, ਚਤਰ ਬਣ ਕੇ ਚੱਲਦਾ, ਕਿਉਂਕਿ ਭਾਵਨਾ ਪ੍ਰੇਮ ਹੈ, ਧੀ ਦਿੱਤੀ ਹੋਈ ਇਸ ਨੂੰ। ਪ੍ਰੇਮ 'ਚ ਦਵੈਤ ਨਹੀਂ ਹੈ, ਪ੍ਰੇਮ ਅਦਵੈਤ ਹੈ, ਦਵੈਤ ਤੋਂ ਰਹਿਤ ਹੈ। ਪ੍ਰੇਮੀ ਸਿੱਖਦਾ ਹੀ ਇਹੋ ਹੈ, ਜਿਹਨੂੰ ਮੈਂ ਪ੍ਰੇਮ ਕਰਦਾ ਉਹ ਗਲਤ ਨਹੀਂ ਹੋ ਸਕਦਾ। ਜੇ ਮਨ 'ਚ ਖਿਣ ਭਰ ਲਈ ਸੰਸਾ ਆ ਵੀ ਗਿਆ ਨਾ, ਤੇ ਬੰਦਾ ਹੋ ਪਰੇ ਕਰ ਦਿੰਦਾ, ਇਹ ਇਵੇਂ ਦਾ ਹੋ ਨਹੀਂ ਸਕਦਾ। ਹਾਂ, ਇਹ ਜ਼ਰੂਰ ਹੈ, ਸਰੀਰਾਂ ਦਾ ਪ੍ਰੇਮ ਟੁੱਟਦਾ ਤੇ ਬਣਦਾ ਰਹਿੰਦਾ। ਪਰਮੇਸ਼ਰ ਦਾ ਪ੍ਰੇਮ ਸਦੀਵੀ ਹੈ, ਕਿਉਂਕਿ ਉਹ ਅਬਨਾਸੀ ਸਦਾ ਸਦਾ, ਨਾ ਆਵੇ ਨਾ ਜਾਏ। ਉਹ ਅਬਨਾਸੀ ਹੈ, ਉਹ ਸਦੀਵ ਕਾਲ ਰਹਿਣ ਵਾਲਾ ਹੈ। ਸਾਡਾ ਪ੍ਰੇਮ ਬਦਲ ਸਕਦਾ ਹੈ, ਜਾਂ ਅਸੀਂ ਬਜ਼ੁਰਗ ਹੋ ਜਾਵਾਂਗੇ, ਜਾਂ ਜਿਹਨੂੰ ਅਸੀਂ ਪ੍ਰੇਮ ਕਰਦੇ ਉਹ ਬਜ਼ੁਰਗ ਹੋ ਕੇ ਸੰਸਾਰ ਤੋਂ ਚਲਾ ਜਾਵੇਗਾ। ਪਰ ਅਕਾਲ ਪੁਰਖ ਵਾਹਿਗੁਰੂ ਸਦੀਵ ਕਾਲ ਹੈ, ਤਾਂ ਕਰਕੇ ਉੱਥੇ ਦਵੈਤ ਨਹੀਂ ਅਦਵੈਤ ਹੈ। ਇਹ ਪ੍ਰੇਮੀਆਂ ਦਾ ਹਿਰਦਾ ਹੈ। ਪ੍ਰੇਮੀ ਬਖਸ਼ਿਸ਼ ਕੀ ਹੈ? ਪ੍ਰੇਮੀ ਤੇ ਜਿਹਨੂੰ ਭਰੋਸਾ ਹੈ। ਪ੍ਰੇਮ ਦਾ ਅਰਥ ਹੈ ਭਰੋਸਾ, ਯਕੀਨ। ਜਿਹਨੂੰ ਅਜੋਕੀ ਭਾਸ਼ਾ 'ਚ ਤੁਸੀਂ ਬਲੀਵ ਕਹਿ ਦਿੰਦੇ, ਮੇਰਾ ਬਲੀਵ ਬੜਾ ਜੀ। ਯਕੀਨ ਕੀ ਹੈ? ਸਰਦਾਰ ਹਰੀ ਸਿੰਘ ਭੰਗੇ ਅਕਾਲ ਤਖਤ ਸਾਹਿਬ ਜੀ ਤੇ ਸੁਭਾਈਮਾਨ ਇੱਕ ਦੁਖਿਆਰਾ ਪੰਡਤ ਆਇਆ ਹੈ, ਬੇਨਤੀ ਕੀਤੀ, ਮਹਾਰਾਜ ਕਸੂਰ ਦਾ ਹਾਕਮ ਮੇਰੀ ਧਰਮ ਪਤਨੀ ਉਹ ਧੱਕੋ ਜੋਰੀ ਖੋਹ ਕੇ ਲੈ ਗਿਆ, ਤੇ ਮੈਂ ਖਾਲਸੇ ਦੀ ਸ਼ਰਨ ਗ੍ਰਹਿਣ ਕੀਤੀ ਹੈ। ਆਪ ਕਿਰਪਾ ਕਰੋ, ਮੇਰੀ ਸਹਾਇਤਾ ਕਰੋ। ਖਾਲਸੇ ਨੇ ਪੁੱਛਿਆ, ਕਹਿਣ ਲੱਗੇ, ਭਾਈ ਕਿੰਨੇ ਕੁ ਜਾਣੇ ਸੀ ਜਿਹੜੇ ਤੁਹਾਡੇ ਕੋਲੋਂ ਬੀਬੀ ਨੂੰ ਖੋਹ ਕੇ ਲੈ ਗਏ? ਕਹਿੰਦੇ ਉਹ 6-7 ਬੁਰਸ਼ਿਆਂ ਵਰਗੇ ਜਵਾਨ। ਕਹਿੰਦੇ ਅਸੀਂ ਵਿਚਾਰੇ ਗਰੀਬ ਜੇ 72 ਬਰਾਤੀ ਸਾਂ। ਕਹਿਣ ਲੱਗੇ 72 ਕੋਈ 6-7 ਹੀ ਖੋਹ ਕੇ ਲੈ ਗਏ? ਕਹਿਣ ਲੱਗੇ ਦੱਸਿਆ ਤੇ ਸਹੀ, ਉਹ ਜ਼ਾਲਮ ਨੇ ਜੀ, ਉਹਨਾਂ ਜ਼ਾਲਮਾਂ ਅੱਗੇ ਸਾਡੀ ਵਾਹ ਪੇਸ਼ਕੀ ਚੱਲਦੀ ਸੀ। ਠੀਕ ਹੈ, ਕਿੱਥੇ ਲੈ ਕੇ ਗਏ? ਕਹਿੰਦੇ ਕਸੂਰ ਦੇ ਹਾਕਮ ਨੇ ਖੜੀ। ਉੱਠਿਆ ਕੌਮ ਦਾ ਜਥੇਦਾਰ, ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸੰਬੋਧਨ ਹੋ ਕੇ ਕਿਹਾ, ਖਾਲਸਾ ਜੀ, ਇਹ ਦੁਖਿਆਰਾ ਪੰਡਤ ਉਸ ਤਖਤ 'ਤੇ ਆਇਆ ਹੈ ਜਿਹਦੀ ਮਹਿਮਾ 'ਚ ਗਰੀਬ ਨਵਾਜ਼ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਸੀ, ਜਿਹੜਾ ਇਸ ਤਖਤ 'ਤੇ ਝੁਕ ਜਾਵੇਗਾ ਉਹਨੂੰ ਕਿਤੇ ਹੋਰ ਝੁਕਣ ਦੀ ਲੋੜ ਨਹੀਂ ਪਵੇਗੀ। ਉੱਠੋ ਖਾਲਸਾ ਜੀ, ਚੱਲੀਏ। ਨਗਾਰੇ 'ਤੇ ਚੋਟਾਂ ਹੋਈਆਂ, ਖਾਲਸੇ ਨੇ ਅਰਦਾਸ ਕੀਤੀ, ਤੁਰ ਕੂਚ ਦਾ ਹੁਕਮ ਹੋਇਆ। ਕੋਈ ਜਥੇਦਾਰ ਸਿੰਘ ਹੋਰ ਮਿਲੇ, ਕਹਿਣ ਲੱਗੇ, ਸਰਦਾਰ ਜੀ, ਆਪਾਂ ਨੂੰ ਗੁਰਮਤਾ ਕਰ ਲੈਣਾ ਚਾਹੀਦਾ ਸੀ। ਕਸੂਰ ਅਜਿਹਾ ਹੁਣ ਤੱਕ ਦੀ ਹਿਸਟਰੀ ਵਿੱਚ ਕਸੂਰ ਨੂੰ ਕੋਈ ਜਿੱਤ ਨਹੀਂ ਸਕਿਆ। ਇੰਨਾ ਵੱਡਾ ਕਸੂਰ ਜਿਹਦੀਆਂ ਇੰਨੀਆਂ ਗੜੀਆਂ ਨੇ, ਪਤਾ ਹੀ ਨਹੀਂ ਲੱਗਣਾ ਆਪਾਂ ਨੂੰ।
12 ਗੜ੍ਹੀਆਂ ਵਾਲਾ ਕਸੂਰ ਅੱਜ ਤੱਕ ਜਿੱਤਿਆ ਨਹੀਂ ਗਿਆ, ਆਪਾਂ ਕਿਵੇਂ ਜਿੱਤਾਂਗੇ? ਕਹਿਣ ਲੱਗੇ ਅਸੀਂ ਚੱਲੇ ਹਾਂ, ਤੁਸੀਂ ਗੁਰਮਤਾ ਕਰਕੇ ਆ ਜਾਇਓ। ਕੂਚ ਦਾ ਹੁਕਮ ਹੋਇਆ, ਕੋਈ ਨਹੀਂ ਰੁਕਿਆ। ਇੱਕ ਸਿੰਘ ਜਿਹੜਾ ਬਹੁਤਾ ਪ੍ਰੇਮੀ ਸੀ ਨਾ ਸਰਦਾਰ ਦਾ, ਸਰਦਾਰ ਹਰੀ ਸਿੰਘ ਭੰਗੀ ਦਾ, ਉਹਨੇ ਨੇੜੇ ਹੋ ਕੇ ਕਿਹਾ, ਕਹਿਣ ਲੱਗਾ ਸਰਦਾਰ ਜੀ ਬਾਤ ਤੇ ਸਿੰਘਾਂ ਦੀ ਦਰੁਸਤ ਸੀ, ਆਪਾਂ ਨੂੰ ਗੁਰਮਤਾ ਕਰ ਲੈਣਾ ਚਾਹੀਦਾ ਸੀ। ਕਹਿਣ ਲੱਗੇ ਖਾਲਸਾ ਜੀਓ ਤੁਹਾਨੂੰ ਚੇਤਾ ਭੁੱਲ ਗਿਆ ਹੈ। ਕਿਸ ਗੱਲ ਦਾ? ਕਹਿਣ ਲੱਗੇ ਜਦੋਂ ਗੁਰੂ ਕਾ ਸਿੱਖ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਅੱਗੇ ਅਰਦਾਸ ਕਰਕੇ ਤੁਰਦਾ ਹੈ, ਸਾਹਿਬ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਉਸ ਦਲ ਦੀ ਅਗਵਾਈ ਕਰਦੇ ਨੇ, ਪੰਥ ਦੀ ਕਦੀ ਹਾਰ ਹੋ ਹੀ ਨਹੀਂ ਸਕਦੀ। ਇਹ ਬਲੀਵ ਹੈ, ਇਹ ਪ੍ਰੇਮ ਦੀ ਭਾਵਨਾ ਹੈ, ਇਹ ਚੇਤਾ ਹੈ ਕਿ ਮੇਰੇ ਪਿਤਾ ਸਤਿਗੁਰੂ ਸਾਹਿਬ ਜੀ ਮੇਰੇ ਅੰਗ ਸੰਗ ਹਨ, ਸਦੀਵ ਕਾਲ ਮੇਰੇ ਨਾਲ ਨੇ, ਮੇਰੀ ਹਾਰ ਕਿਵੇਂ ਹੋ ਸਕਦੀ ਹੈ? ਜਿਵੇਂ ਕਿ ਇਹ ਬਲੀਵ ਹੀ ਤੁਹਾਨੂੰ ਭਿਖਾਰੀ ਵੀ ਬਣਾ ਦਿੰਦਾ ਹੈ ਤੇ ਤੁਹਾਨੂੰ ਬਾਦਸ਼ਾਹ ਵੀ ਬਣਾ ਦਿੰਦਾ। ਇਹ ਬਲੀਵ ਹੈ ਨਾ, ਮੇਰੇ ਕੋਲੋਂ ਕੁਝ ਨਹੀਂ ਹੋਣਾ, ਮੈਂ ਕੱਖ ਨਹੀਂ ਕਰ ਸਕਦਾ, ਮੈਂ ਕੇਵਲ ਹੱਥ ਅੱਡ ਸਕਦਾ, ਮੈਂ ਕੇਵਲ ਮੰਗਤਾ ਬਣ ਸਕਦਾ, ਮੈਂ ਹੋਰ ਕੁਝ ਨਹੀਂ ਕਰ ਸਕਦਾ। ਕਿਸੇ ਨੇ ਆਖਿਆ ਤੂੰ ਚੰਗਾ ਭਲਾ ਹੈ, ਕੰਮ ਕਰ ਲਿਆ ਕਰ। ਕਹਿਣ ਲੱਗਾ ਭਾਈ ਕੀ ਦੱਸਾਂ, ਮੇਰੀ ਨਾ ਅਰਕ ਲਾਗੋਂ ਬਾਂਹ ਟੁੱਟ ਗਈ ਸੀ, ਇਹ ਹੁਣ ਚੱਲਦੀ ਨਹੀਂ। ਉਹ ਕਹਿਣ ਲੱਗਾ ਦੂਜੀ ਤੇ ਚੱਲਦੀ, ਦੂਜੀ ਨਾਲ ਕੰਮ ਕਰ ਲਿਆ ਕਰ। ਪੜ੍ਹਿਆ ਲਿਖਿਆ? ਹਾਂ ਥੋੜ੍ਹਾ ਬਹੁਤਾ ਪੜ੍ਹਿਆ। ਕਹਿਣ ਲੱਗੇ ਕੰਮ ਦੇ ਦੀਏ? ਕਹਿੰਦਾ ਨਹੀਂ ਇਹੋ ਹੀ ਚੰਗਾ ਚੱਲਦਾ। ਬਲੀਵ ਹੈ ਕਿ ਮੇਰੀ ਮੰਗਣ ਵਿੱਚ ਹੀ ਰੋਜੀ ਹੈ। ਤੇ ਦੂਜੇ ਪਾਸੇ ਜਿਹੜਾ ਮਿਹਨਤ ਕਸ਼ ਹੈ, ਉਹਦੀਆਂ ਭਾਵੇਂ ਦੋਵੇਂ ਲੱਤਾਂ ਵੀ ਕੱਟੀਆਂ ਹੋਣ, ਉਹ ਕਹਿੰਦਾ ਨਹੀਂ ਅਜੇ ਬਾਤ ਨਹੀਂ ਬਣੀ, ਅਜੇ ਕੁਝ ਅਧੂਰਾ ਹੈ, ਮੇਰਾ ਬਾਕੀ ਸਰੀਰ ਚੱਲਦਾ, ਮੈਂ ਸਰੀਰ ਤੋਂ ਕੰਮ ਲੈ ਸਕਦਾ। ਇੱਥੇ ਇਹੋ ਜਿਹੇ ਵਿਗਿਆਨੀ ਵੀ ਵੇਖੋਗੇ ਜਿਹੜੇ ਸਾਰੇ ਹੀ ਜੀਵਨ ਵੀਲ ਚੇਅਰ 'ਤੇ ਰਹੇ ਨੇ, ਤਾਂ ਵੀ ਉਹਨਾਂ ਦੀਆਂ ਅਚੀਵਮੈਂਟਾਂ ਹਨ। ਬਲੀਵ ਹੈ ਖੁਦ 'ਤੇ, ਬਲੀਵ ਹੈ ਕਿਸੇ ਐਸੀ ਸ਼ਕਤੀ 'ਤੇ ਜਿਹੜੀ ਮੈਨੂੰ ਲੈ ਕੇ ਚੱਲ ਰਹੀ ਹੈ। ਜੇ ਮੈਂ ਹੁਣ ਤੱਕ ਜੀਂਦਾ ਹੈ ਤੇ ਅਗਾਂਹ ਵੀ ਜੀਂਦਾ ਰਵਾਂਗਾ, ਕੱਖ ਨਹੀਂ ਹੋਵੇਗਾ। ਉਹ ਜਿਹੜੀ ਤੁਹਾਡੀ ਬਲੀਵ ਦੀ ਸ਼ਕਤੀ ਹੈ, ਭਰੋਸੇ ਦੀ ਸ਼ਕਤੀ, ਜਿਹਨੂੰ ਆਪਾਂ ਭਰੋਸਾ ਕਹਿੰਦੇ ਹਾਂ, ਭਾਵਨੀ ਭੈ ਤੇ ਭਾਵਨੀ। ਡਰ ਹੈ ਮੈਂ ਇਹਨਾਂ ਦੀ ਆਗਿਆ 'ਚ ਹਾਂ, ਭਾਵਨਾ ਹੈ ਮੇਰਾ ਇਹਨਾਂ ਤੋਂ ਬਿਨਾਂ ਕੋਈ ਹੋਰ ਦੂਸਰਾ ਨਹੀਂ। ਉਹ ਤੁਹਾਨੂੰ ਦਵੈਤ 'ਚੋਂ ਕੱਢ ਕੇ ਤੇ ਅਦਵੈਤ ਦਾ ਮਿਲਾਪੀ ਕਰਾਉਂਦੀ ਹੈ। ਜਿਹਨੂੰ ਆਮ ਹੀ ਅਜੋਕੇ ਸਮੇਂ 'ਚ ਕਹਿ ਦਿੰਦੇ ਬਹੁਤੀਆਂ ਗੱਲਾਂ ਨਾ ਸੋਚ, ਇੱਕੋ ਹੀ ਸੋਚ ਕੇ ਚੱਲ। ਤੇ ਖਾਲਸੇ ਨੂੰ ਇੱਕ ਤੋਂ ਬਿਨਾਂ ਦੂਸਰਾ ਵਿਖਾਲਿਆ ਹੀ ਕੋਈ। ਖਾਲਸੇ ਦੀ ਕਥਾ ਇੱਕ ਤੋਂ ਸ਼ੁਰੂ ਹੋ ਕੇ ਇੱਕ 'ਤੇ ਹੀ ਸਮਾਪਤ ਹੈ। ਇੱਕੋ ਹੀ ਅਕੀਦਾ ਹੈ ਕਿ ਮੇਰੀ ਮੰਜ਼ਿਲ ਕੀ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਅਭੇਦਤਾ। ਗੁਰਮੁਖ ਪਿਆਰੇ, ਗੁਰਸਿੱਖ ਨਾਮ ਅਭਿਆਸੀ ਜੀਵਨ ਵਾਲੇ ਸਿੰਘਾਂ ਦੇ ਪਾਸ ਬੈਠੋ ਨਾ, ਉਹ ਤੁਹਾਨੂੰ ਇਹ ਸਿਖਾਉਣਗੇ ਵੀ ਓਨਾ ਸਮਾਂ ਹਰ ਇੱਕ ਚੇਤਨ ਸਤਾ, ਹਰ ਜੀਵ ਆਤਮਾ ਓਨਾ ਸਮਾਂ ਜਨਮ ਧਾਰਦੀ ਰਹਿੰਦੀ ਹੈ ਜਿੰਨਾ ਚਿਰ ਉਹ ਅਕਾਲ ਪੁਰਖ ਵਾਹਿਗੁਰੂ 'ਚ ਅਭੇਦ ਨਹੀਂ ਹੋ ਜਾਂਦਾ, ਜਾਂ ਅਕਾਲ ਪੁਰਖ ਵਾਹਿਗੁਰੂ ਆਪਣੇ ਆਪ 'ਚ ਉਹਨੂੰ ਅਭੇਦ ਕਰ ਨਹੀਂ ਲੈਂਦੇ। ਇਹ ਜਿਤਨੇ ਵੀ ਸਰੀਰ ਹਨ, ਤਾਈਓ ਹੀ ਆਪਾਂ ਨੂੰ ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਭਾਵੇਂ ਅਸੀਂ ਸੰਸਾਰੀ ਹਾਂ, ਸਾਨੂੰ ਅੱਖਾਂ ਨਾਲ ਵੱਖੋ ਵੱਖਰੇ ਧਰਮ ਦਿਸਦੇ ਹਨ, ਪਰ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿੱਡੀ ਵੱਡੀ ਅਦਵੈਤ ਖਤਮ ਕੀਤੀ, ਵਾਹਿਗੁਰੂ ਅਦਵੈਤ ਖਤਮ ਕੀਤੀ ਹੈ। ਕਿੱਡੀ ਵੱਡਾ ਅਦਵੈਤ ਦਾ ਸੰਕਲਪ ਦਿੱਤਾ ਸਾਨੂੰ। ਮਹਾਰਾਜ ਜੀ ਨੂੰ ਪੁੱਛੀਏ, ਮਹਾਰਾਜ ਆਹ ਮੁਸਲਮਾਨ ਹਨ, ਆਹ ਹਿੰਦੂ ਹਨ, ਮਹਾਰਾਜ ਆਪ ਜੀ ਦੱਸੋ। ਮੈਂ ਆਪ ਜੀ ਦਾ ਸਿੱਖ ਹਾਂ, ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਮਹਾਰਾਜ ਮੈਂ ਇਹਨਾਂ ਨੂੰ ਕਿਵੇਂ ਵੇਖਾਂ? ਮਹਾਰਾਜ ਕਹਿੰਦੇ ਆਵਲ ਅੱਲ੍ਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਫਿਰ ਬਖਸ਼ਿਸ਼ ਕੀਤੀ, ਲੋਗਾ ਭਰਮ ਨਾ ਭੂਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ, ਰਵ ਰਹਿਆ ਸਭਣੀ ਜਾਣੀ।
ਇਹ ਬਖਸ਼ਿਸ਼ ਸਤਿਗੁਰੂ ਸਾਹਿਬ ਜੀ ਨੇ ਸਾਡੇ ਤੇ, ਇੱਕ ਉਹ ਅਕਾਲ ਪੁਰਖ ਅਦਵੈਤ ਪਰਮੇਸ਼ਰ ਵਾਹਿਗੁਰੂ ਨੇ ਸਾਡੇ ਤੇ ਕੀਤੀ। ਤਾਂ ਹੀ ਕਿਹਾ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਸੋ ਬੇਨਤੀ ਇਹ ਹੈ ਖਾਲਸਾ ਜੀ, ਜੇ ਪੰਥਕ ਅਖਵਾਉਣਾ ਹੈ, ਜੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸਿੱਖੀ ਨੂੰ ਧਾਰਨ ਕਰਨਾ, ਸਾਨੂੰ ਇਹ ਪੜ੍ਹਾਇਆ ਜਾਂਦਾ। ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਤਰਕ ਕੀਤਾ, ਇੱਕ ਥਾਂ ਤੇ ਵੀ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਤਰਕ ਨਹੀਂ ਕੀਤੀ। ਗੰਗਾ ਤੇ ਗਏ, ਰੌਲਾ ਨਹੀਂ ਪਾਇਆ ਜਾ ਕੇ, ਜਿਵੇਂ ਸਾਡਾ ਗੇਜਾ ਸੋ ਰੌਲਾ ਪਾਉਂਦਾ ਨਾ ਵੀ ਫਲਾਣੇ ਥਾਂ ਤੇ ਆਹ ਗਲਤ ਹੋ ਗਿਆ, ਗਿਆਨੀ ਜੀ ਮੈਂ ਝਟਕਾ ਦਾਂ, ਫਲਾਣੇ ਥਾਂ ਤੇ ਆਹ ਕੰਮ ਹੋ ਗਿਆ, ਕਰ ਦਈਏ ਹੁਣ ਜੀ। ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਤਰੀਕਾ, ਤੁਹਾਡੀ ਪਹਿਲੀ ਜਮਾਤ, ਆਪਾਂ ਐਵੇਂ ਮੰਨ ਲਈਏ ਵੀ ਤੁਹਾਡੀ ਪਹਿਲੀ ਕਲਾਸ 'ਚ ਮਹਾਰਾਜ ਜੀ ਨੇ ਕੀ ਪੜ੍ਹਾਇਆ ਸਾਨੂੰ। ਸਤਿਗੁਰੂ ਸਾਹਿਬ ਗੰਗਾ ਤੇ ਗਏ, ਪੰਡਿਤ ਸੂਰਜ ਵੱਲ ਨੂੰ ਜਲ ਝੱਟਦੇ ਨੇ, ਨਾਲੇ ਗੰਗਾ ਦੀਆਂ ਡੁਬਕੀਆਂ ਲਾਉਂਦੇ ਨੇ, ਨਾਲੇ ਸੂਰਜ ਵੱਲ ਨੂੰ ਜਲ ਝੱਟੀ ਜਾਂਦੇ ਨੇ। ਮਹਾਰਾਜ ਨੇ ਪੁੱਛਿਆ ਬੜੀ ਵਧੀਆ ਕਿਰਿਆ ਚੱਲ ਰਹੀ, ਕੀ ਹੈ ਜੀ ਇਹ ਪਾਣੀ ਦੇ ਛਿੱਟੇ ਤਾਂ ਨੂੰ ਕਿਉਂ ਮਾਰੇ ਜਾ ਰਹੇ ਨੇ? ਬਚਨ ਕੀਤੇ, ਕਹਿਣ ਲੱਗੇ ਤਪੀ ਜੀ ਇਹ ਆਪਣੇ ਪਿਤਰਾਂ ਨੂੰ ਪਾਣੀ ਪਹੁੰਚਾਉਂਦੇ ਨੇ, ਇਹਨਾਂ ਦੇ ਪਿੱਤਰ ਸੂਰਜ ਤੇ ਰਹਿੰਦੇ ਨੇ ਤੇ ਸੂਰਜ ਰਾਹੀਂ ਉਹਨਾਂ ਨੂੰ ਪਾਣੀ ਪਹੁੰਚਦਾ। ਮਹਾਰਾਜ ਕਹਿੰਦੇ ਬੜੀ ਚੰਗੀ ਗੱਲ। ਸਤਿਗੁਰੂ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਵੱਲ ਨੂੰ ਆਪਣਾ ਮੁੱਖ ਕੀਤਾ ਤੇ ਪਾਣੀ ਝੱਟਣਾ ਆਰੰਭ ਕਰ ਦਿੱਤਾ। ਕਿਸੇ ਤੇ ਤਰਕ ਨਹੀਂ ਕੀਤੀ, ਇਹ ਨਹੀਂ ਪੁੱਛਿਆ ਵੀ ਭਾਈ ਇਹ ਸੂਰਜ ਤੇ ਪਾਣੀ ਤੁਹਾਡਾ ਕਿਸ ਤਰ੍ਹਾਂ ਪਹੁੰਚੂਗਾ, ਤੁਸੀਂ ਇੱਧਰ ਨੂੰ ਕਿਉਂ ਕਰ ਰਹੇ ਜੇ? ਅਸੀਂ ਤੇ ਗੁਰਦੁਆਰਾ ਸਾਹਿਬ ਬਾਣੀ ਪੜ੍ਹਦੇ ਨੂੰ ਠਾਲ ਦਿੰਦੇ ਹਾਂ ਵੀ ਕੀਰਤਨ ਚੱਲਦਾ, ਬਾਣੀ ਪੜ੍ਹ ਨਾ ਪੜ੍ਹ, ਇੱਥੇ ਤੂੰ ਕੀਰਤਨ ਨਹੀਂ ਸੁਣਦਾ। ਹੁਣ ਮੰਨ ਲਓ ਉਹਦੀ ਅਵਸਥਾ ਹੀ ਨਹੀਂ ਕੀਰਤਨ ਸੁਣਦੀ, ਸੁਣਨ ਦੀ ਅਵਸਥਾ ਪੜ੍ਹਨ ਤੋਂ ਆਵੇਗੀ। ਜੇ ਗੁਰਬਾਣੀ ਪੜ੍ਹਦਾ ਨਹੀਂ, ਸੁਣ ਨਹੀਂ ਸਕਦਾ। ਪੁਣਿਆ ਬਾਣੀ ਪੜ੍ਹਨੇ ਤੋਂ ਫਿਰ ਅਵਸਥਾ ਬਣੇਗੀ ਸਰਵਣ ਕਰਨ ਦੀ। ਹਾਂ, ਜਿਹਨੇ ਮੇਰੇ ਵਰਗੇ ਨੇ ਸੌਣਾ ਹੋਵੇ ਉਹਦੇ ਲਈ ਬੜਾ ਕੰਮ ਸੌਖਾ ਕਿ ਲਾਗੇ ਟੇਪ ਲਾ ਲਓ ਤੇ ਨਾਲੇ ਸੌਂ ਜਾਓ, ਨਾਲੇ ਪਤਾ ਲੱਗੇ ਗਿਆਨੀ ਜੀ ਕਥਾ ਸੁਣਦੇ ਆ, ਗਿਆਨੀ ਜੀ ਕੀਰਤਨ ਸੁਣਦੇ। ਜਿਹੜਾ ਆਇਆ ਲਾਗੇ ਜਗਰਾਜ ਸਿੰਘ ਵਰਗਾ ਚੇਲਾ, ਇੱਕ ਤਗੜਾ ਜਿਹਾ ਮੋਟਾ ਤਾਜ਼ਾ ਖਿਲਾ ਰਿਹਾ ਹੋਵੇ, ਦੂਰੋਂ ਕਰਦੇ ਵੀ ਚੁੱਪ ਕਰ ਜਾ, ਗਿਆਨੀ ਜੀ ਕੀਰਤਨ ਸੁਣਦੇ, ਜੇ ਕੁਛ ਕਿਹਾ ਤੇ ਤੇਰੇ ਵੱਜ ਜਾਣੀਆਂ। ਅਗਲਾ ਉੱਥੋਂ ਹੱਥ ਜੋੜ ਕੇ ਮੁੜ ਜਾਂਦਾ, ਦਹਾਂ ਨੂੰ ਜਾ ਕੇ ਦੱਸਦਾ ਅੱਗੇ ਵੀ ਬੜੀ ਉੱਚੀ ਅਵਸਥਾ ਪਊ। ਮੈਂ ਜਦੋਂ ਗਿਆ ਨਾ ਕਮਰੇ 'ਚ, ਉੱਥੇ ਕੀਰਤਨ ਚੱਲਦਾ ਸੀ ਜਾਂ ਕਥਾ ਚੱਲਦੀ ਸੀ, ਉਹ ਕਿਸੇ ਨਾਲ ਗੱਲ ਹੀ ਨਹੀਂ ਕਰਦੇ ਤੇ ਇਹ ਨਹੀਂ ਪਤਾ ਵੀ ਉਹ ਤੇ ਮਰਿਆ ਸੁੱਤਾ ਹੈ, ਉਹਨੂੰ ਕੱਲ੍ਹ ਦੀ ਹੋਸ਼ ਨਹੀਂ ਆਈ। ਜਿੰਨਾ ਚਿਰ ਗੁਰਬਾਣੀ ਪੜ੍ਹੇਗਾ ਨਹੀਂ, ਉਹਨਾਂ ਚਿਰ ਸਰਵਣ ਕਰਨ ਦੀ ਅਵਸਥਾ ਨਹੀਂ ਆਵੇਗੀ। ਆਪਾਂ ਤਾਂ ਗੁਰਬਾਣੀ ਪੜ੍ਹਦੇ ਠਾਲੀ ਜਾਂਦੇ, ਤਰਕਾਂ ਕਰਦੇ ਹਾਂ। ਤੈਨੂੰ ਕਿਵੇਂ, ਤੇਰਾ ਆਨੰਦ ਕਿਵੇਂ ਬਣ ਜਾਵੇਗਾ? ਉਹ ਖਸਮਾ ਤੇਰਾ ਆਪਣਾ ਆਨੰਦ ਹੈ, ਉਹਦਾ ਆਪਣਾ ਆਨੰਦ ਹੈ, ਤੂੰ ਇਹਦੇ 'ਚੋਂ ਭਲਾ ਕੀ ਲੈਣਾ? ਤੈਨੂੰ ਮਹਾਰਾਜ ਜੀ ਨੇ ਕਿਸੇ ਨੂੰ, ਕਿੱਡੀ ਵੱਡੀ ਅਦਵੈਤ ਹੈ, ਤੁਹਾਨੂੰ ਕਿਸੇ ਨੂੰ ਦੂਜੇ ਦੀ ਜ਼ਿੰਮੇਵਾਰੀ ਨਹੀਂ ਦਿੱਤੀ। ਕਿਸੇ ਨੂੰ ਵੀ, ਸਾਨੂੰ ਇੱਕ ਜਾਣਾ ਉੱਠ ਕੇ ਦੱਸੋ ਵੀ ਮੈਨੂੰ ਦੂਜੇ ਦੀ ਜ਼ਿੰਮੇਵਾਰੀ ਦਿੱਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ। ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਮਰਿਆਦਾ ਲਿਖੀ ਹੈ। ਆਪਾਂ ਮਰਿਆਦਾ, ਸਾਨੂੰ ਸਰਵਣ ਕਰਾਉਂਦੇ ਨੇ ਮਰਿਆਦਾ। ਪੰਥ ਖਾਲਸਾ ਪੰਥ ਅੰਮ੍ਰਿਤ ਛਕਾਇਆ, ਮਰਿਆਦਾ ਸਰਵਣ ਕਰਾਈ। ਇੱਕ ਥਾਂ ਤੇ ਦੱਸੋ ਵੀ ਉਹਨਾਂ ਆਖਿਆ ਵੀ ਨਾਲ ਦੇ ਨੂੰ ਆਹ ਨਹੀਂ ਕਰਨ ਦੇਣਾ। ਇੱਕ ਓਂਕਾਰ ਤੋਂ ਲੈ ਕੇ 18 10 20 ਤੱਕ ਇੱਕ ਸ਼ਬਦ ਉਹ ਦੱਸੋ ਜਿਹਦੇ 'ਚ ਮਹਾਰਾਜ ਕਹਿੰਦੇ ਵੀ ਗਵਾਂਢੀਆਂ ਨੂੰ ਆਹ ਕੰਮ ਨਾ ਕਰਨ ਦੇਵੇ। ਸਾਰੀ ਗੁਰਬਾਣੀ ਇੱਕ ਦੀ ਤੇ ਇੱਕ ਤੁਹਾਡੇ ਲਈ ਹੈ। ਸਾਰੀ ਗੁਰਬਾਣੀ ਇੱਕ ਅਕਾਲ ਪੁਰਖ ਦੀ ਤੇ ਇੱਕ ਮੇਰੇ ਲਈ ਹੈ ਕਿ ਮੇਰਾ ਜੀਵਨ ਕਿਹੋ ਜਿਹਾ ਚਾਹੀਦਾ, ਮੇਰਾ ਸਤਿਗੁਰੂ ਸਾਹਿਬ ਜੀ ਨਾਲ ਪ੍ਰੇਮ ਕਿਹੋ ਜਿਹਾ ਚਾਹੀਦਾ। ਇਸ ਤੋਂ ਪਰੇ ਕੁਝ ਨਹੀਂ। ਜਿਹਨੂੰ ਆਪਾਂ ਕਹਿੰਦੇ ਜੀਵ ਤੇ ਈਸ਼, ਸਾਰੀ ਗੁਰਬਾਣੀ ਦੀ ਕਥਾ ਇਹ ਹੈ। ਤੂੰ ਆਪਣਾ ਜੀਵਪੁਣਾ ਤਿਆਗ ਦੇ, ਤੂੰ ਆਪਣੇ ਆਪ ਨੂੰ ਇਹ ਡਿਕਲੇਅਰ ਕਰ ਲੈ ਗੁਰਬਾਣੀ ਦੇ ਆਸ਼ੇ ਅਨੁਸਾਰ ਕਿ ਮੈਂ ਇਹਦੀ ਹੀ ਅੰਸ਼ ਹਾਂ, ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪੁੱਤਰ ਹਾਂ, ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਧੀ ਹਾਂ, ਮੈਂ ਇਹਦੇ 'ਚ ਭੇਦ ਹੋਣਾ, ਮੇਰੀ ਹੋਰ ਕੋਈ ਬਾਤ ਹੈ ਹੀ ਨਹੀਂ। ਇਹ ਹੈ ਅਦਵੈਤ। ਤੇ ਦਵੈਤ ਕੀ ਹੈ? ਮੈਂ ਹਾਂ ਹੋਰ, ਗੁਰੂ ਸਾਹਿਬ ਜੀ ਹਨ ਹੋਰ, ਇਹ ਹੈ ਦਵੈਤ। ਤੇ ਫਿਰ ਉਹ ਦਵੈਤ ਜਿਹੜੀ ਹੈ ਦੂਸਰਿਆਂ ਨੂੰ ਵੇਖਦੀ ਹੈ, ਆਪਣੇ ਆਪ ਨੂੰ ਵੇਖਣ ਦਾ ਯਤਨ ਹੀ ਨਹੀਂ ਕਰਦੀ। ਗੁਰਬਾਣੀ ਨੇ ਤੇ ਇਹ ਕਿਹਾ, ਜੇ ਤੂੰ ਅਕਲ ਲਤੀਫ,
मैं महाराज यूनीवर्सिटी पढ़दा, मेरी गुरु नानक देव यूनीवर्सिटी है, मेरी पटियाला है, मैं लुधियाने वाला जी, मैं चंडीगढ़ों आया, मैं दिल्लीों आया, असी हरियाणे वाले हाँ जी, सारिਆਂ ਦੇ ਅਸੀਂ बड़े पढ़े लिखे हाँ जी। धिंगड़ साहब मैं कवि हाँ जी, महाराज मैं लिखदा लुखदा 4 कवितावां मैं लिख लेना, हुण मेरे बारे दसो की है। सतगुरु साहब जी कहते जे तू अकल लतीफ काले लिख ना लेख, आपनड़े गृहवान मैं सिर नीवा कर देख। कलेशी नहीं, कलेश रहत हो। कलेशी उन्ने दिन हाँ जिन्ने दिन दवैत वेख रहे हाँ, दूजा की करदा है, दूजे नूं वेखना दवैत है, खुद नूं एक तो एक ही हो जाना ये अद्वैत है। ये पंथ दा अध्यात्मक है, ये तुहाडा अध्यात्मक है। साडा आम कह देंगे जी साडा एक ग्रंथ है, हाँ साडा एक गुरु है। साडे एक गुरु ने जिन्हां बाबत सानू ये कहा गया सब सिखण को हुक्म है, गुरु मान्यो ग्रंथ। ये साडे एक सतगुरु गुरु ग्रंथ साहिब महाराज साडे गुरु हन। बाकी जितने भी ग्रंथ हैं साडी विद्या है, तो सारी विद्या इक्को ही प्रेम की बात करती है। मैं प्रेम की बात सीखण वास्ते आया हाँ। बहुत वड्डा विषय है तो बहुत छोटा विषय है। इदू इवें कह लीए भी गल्लां दा कड़ाह बनाउणा ते जिन्ना मर्जी रिड़की जाइए, तो जे सौखा जिहा समझ लीए तो साडा अध्यात्मक है एक ओंकार। एक कि एक ओंकार दी इवें मन लवो। मेरे उस्ताद जी ने जो पढ़ाया सिंह साहब ज्ञानी जसवंत सिंह जी ने, एक ओंकार दी कथा मूल मंत्र च है। मूल मंत्र की कथा सरबत्तर श्री जपजी साहब विच है। श्री जपजी साहब जी की पावन कथा धन सतगुरु गुरु ग्रंथ साहब सच्चे पातशाह महाराज जी की बाणी है, संपूर्ण बाणी 18-10-20 तक। तो गुरु ग्रंथ साहब सच्चे पातशाह महाराज जी की पावन गुरबाणी की कथा, भाई गुरदास जी दियाँ वारां, दसम बाणी, सरबलोक ग्रंथ साहब। फिर इसे तरीके दे नाल सतगुरु साहब जी के प्यारे भाई नंद लाल जी दियाँ गज़लां कवितावां, तुहानूं उसे ही कथा का वार वार अपनी मर्जी कोई नहीं, वार वार उसे कथा का हवाला दे करके तुहानूं जोड़दियां हन एक ओंकार नाल। आपां उस नाल जुड़ीए। सतगुरु साहब जी साडे ते किरपा करन। तुसीं सारे सियाणे जे, मैं विच मूर्ख जिहा अनपढ़, बोलदियां बड़ियां भुल्लां होईयां होणगीਆਂ, माफ़ कर दिया जी, अगाह तो समत बख्शिया जे। कौम के बड़े महान विद्वान डॉक्टर अनुराग सिंह जी, वो भी संगत च आड़ के सुभाईमान होए ने। उन्हें आप गुरु की सिख संगतां दे दर्शन करने हैं। कृपालू सतगुरु साहब जी के पावन बचन कहंदियां एक नहीं अनेक प्रकार दीयां भुल्लां होईयां हन। सतगुरु गुरु की संगत बख्शनहार है, बख्श लैणियां अगाह तो समत बख्शनी जी। बुलाओ फतेह। वाहिगुरु जी का खालसा, वाहिगुरु जी की फतेह।